ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪ ਜੀ ਸਾਹਿਬ ਭਾਗ 25। ਅਸੰਖ ਨਾਮ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ। ਅਸੰਖ ਕਹਿ ਸਿਰ ਭਾਰ ਹੋਏ, ਅੱਖਰੀ ਨਾਮ ਅੱਖਰੀ ਸਲਾਹ। ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ। ਅੱਖਰਾਂ ਸੇ ਸੰਜੋਗ ਬਖਾਣ, ਜਿਨਿ ਲਿਖੇ ਤਿਸਰ ਨਾਹੀਂ। ਜਿ ਫਰਮਾਏ ਤਿਵ ਤਿਵ ਪਾਏ। ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੇਂ ਨਾਹੀ ਕੋ ਥਾਉ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤਤ ਭਾਵੈ ਸਾਈਂ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਕੀ ਸਮਝਾਉਂਦੇ ਆ ਸਤਿਗੁਰ? ਅਸੰਖ ਨਾਮ ਅਸੰਖ ਥਾਂ, ਸਰਵਿਆਪੀ ਸ਼ਕਤੀ ਹੈ ਭਾਈ। ਅਣਗਿਣਤ ਮਾਇਆ ਦੇ ਗਿਆਨ ਹੁਕਮ ਰੂਪ ਇੱਕ ਹੀ। ਅਨੇਕ ਹੈ ਫਿਰ ਏਕ ਹੈ। ਸੱਚਖੰਡ 'ਚ ਅਨੇਕ ਹੁੰਦੇ ਹੋਏ ਵੀ ਇੱਕ, ਸੰਸਾਰ 'ਚ ਅਨੇਕ ਹੁੰਦੇ ਹੋਏ ਇੱਕ ਨਹੀਂ ਹੈਗੀ। ਕਿਉਂ ਨਹੀਂ? ਮਾਇਆ ਦੇ ਵਿੱਚ ਐਵੇਂ ਹੀ ਰਹਿੰਦਾ ਹੈ, ਵਿਰੋਧ ਰਹਿੰਦਾ ਹੈ। ਚਾਰ ਗੁਣਾਂ ਦੇ ਵਿੱਚ ਕੁਦਰਤ ਨੇ ਸ੍ਰਿਸ਼ਟੀ ਦਾ ਪੈਦਾ ਕਰਨਾ, ਸ੍ਰਿਸ਼ਟੀ ਦੀ ਸੰਭਾਲ ਕਰਨੀ ਆਪਦੇ ਵੱਸ 'ਚ ਰੱਖੀ ਹੈ। ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਮਾਇਆ ਸਾਰੀ ਉਹਦੇ ਹੱਥ 'ਚ ਹੈ। ਕੁਦਰਤ ਨੇ ਬਣਾਈ ਹੈ ਤਾਂ ਉਹਦੇ ਹੱਥ 'ਚ ਹੋਊ। ਉਹੀ ਆਪਾਂ ਨੂੰ ਬਾਣੀ ਗਿਆਨ ਕਰਾ ਰਹੀ ਹੈ। ਸੰਸਾਰੀ ਰੁਤਬੇ ਰਾਜ ਪਾਟ ਸਭ ਉਹਦੀ ਕਿਰਪਾ ਸਰੀਰ ਕਰਕੇ। ਇੱਥੇ ਆਤਮਾ ਬਾਰੇ ਸਮਝਾ ਰਹੇ ਨੇ ਆਪਾਂ ਨੂੰ। ਆਤਮਾ ਨੇ ਆਪਦੇ ਮੂਲ 'ਚ ਕਿਵੇਂ ਲੈ ਹੋਣਾ, ਇੱਕ ਦਾ ਬਾਣੀ ਗਿਆਨ ਕਰਾਉਂਦੀ ਹੈ ਆਪਾਂ ਨੂੰ। ਜਾਂ ਯੁਗਮੇ ਇੱਕ ਕੋ ਆਇਆ ਜਨਮਤ ਮੋਇਆ, ਮੋਹਣੀ ਮਾਇਆ ਮਾਇਆ ਨੇ ਮੋਹ ਲਿਆ। ਮਾਇਆ ਤੋਂ ਛੁਟਕਾਰਾ ਪਾ ਕੇ ਫਿਰ ਆਤਮਾ ਨੇ ਪ੍ਰਾਤਮਾ 'ਚ ਲੈ ਹੋਣਾ। ਹਰ ਕਥਾ ਹੈ ਸਭ ਤੋਂ ਉੱਤਮ, ਹਰ ਕੀ ਕਥਾ। ਨਾਮ ਸੁਣਤ ਦਰਦ ਦੁੱਖ ਲੱਥਾ। ਨਾਮ ਦਾ ਵਿਖਿਆਨ ਹੈ, ਹੁਕਮ ਦਾ ਵਿਖਿਆਨ ਹੈ, ਗੁਣਾਂ ਬਾਰੇ ਵਿਚਾਰ ਹੈ। ਆਪਾਂ ਇਹਦੇ ਨਾਲ ਜੁੜਨਾ ਹੈ, ਫਿਰ ਆਪਾਂ ਨੂੰ ਇਹ ਸਾਰੀ ਖੇਲ ਸਮਝ ਆਉਣੀ ਹੈ। ਪਿੱਛੇ ਤੋਂ ਆਪਾਂ ਸਮਝਾਇਆ ਵੀ ਜਿਨ੍ਹਾਂ ਨੂੰ ਮੁੱਖ ਦੁਆਰ ਦੀ ਪ੍ਰਾਪਤੀ ਹੋਈ ਹੈ ਉਹ ਗਾਂਹ ਜਾਣਗੇ, ਉਹੀ ਸੱਚ ਨੂੰ ਸਮਝਣਗੇ। ਫਿਰ ਸੁਣੀਏ ਨਹੀਂ ਅਸੀਂ, ਫਿਰ ਮੰਨੀ ਨਹੀਂ, ਫਿਰ ਮੁੱਖ ਦੁਆਰ ਨਹੀਂ, ਫਿਰ ਕਿਵੇਂ ਇਹ ਸਮਝ ਆ ਸਕਦੀ ਹੈ ਭਾਈ? ਪਰ ਫਿਰ ਵੀ ਅਸੀਂ ਜਦੋਂ ਜਹਿਦ 'ਚ ਲੱਗੇ ਰਹੇ ਨੇ, ਸਾਡਾ ਸੁਭਾਅ ਆ। ਅਸੰਖ ਨਾਮ ਜਿੰਨੇ ਵੀ ਗਿਆਨ ਨੇ, ਇਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਜਿਸ ਧਨ ਕੋ ਚਾਰ ਕੋ ਟੁੱਟਤਾਵੇ, ਸੋ ਧਨ ਹਰ ਸੇਵਾ ਤੇ ਪਾਵੇ। ਮਾਇਆ ਦੇ ਗਿਆਨ ਰਿੱਧ ਅਸੰਖ ਥਾਂ, ਜਿੰਨੇ ਜੀ ਪੈਦਾ ਕੀਤੇ ਸਾਰੇ ਉਹਦੀ ਹੋਂਦ ਕੁਦਰਤ ਦੀ, ਉਹਦੇ ਕਰਕੇ ਖੜੇ ਆ। ਦੀਨ ਦੁਨੀਆ ਤੇਰੀ ਟੇਕ, ਸਭ ਮੇ ਰਵਿਆ ਸਹਿਵੇਖ। ਹੁਕਮ ਕਰਕੇ ਤਾਂ ਖੜੀ ਹੈ ਸਾਰੀ ਸ੍ਰਿਸ਼ਟੀ ਭਾਈ। ਉਹ ਕੀ ਹੈ? ਅਗੰਮ ਅਗੰਮ ਅਸੰਖ ਲੋ। ਉਹ ਅਗੰਮ ਹੈ। ਅਗੰਮ ਹੁੰਦਾ ਜਿਹੜਾ ਸਾਡੀ ਮਨਬੁੱਧੀ ਦੀ ਪਕੜ ਤੋਂ ਪਰੇ, ਜਿਹਨੂੰ ਅਸੀਂ ਮਹਿਸੂਸ ਨਾ ਕਰੀ ਜਾਈਏ, ਫਿਰ ਵੀ ਅਸੀਂ ਉਹਨੂੰ ਅੱਖਾਂ ਨਾਲ ਦਰਸ਼ਨ ਭਾਲਦੇ ਹਾਂ। ਸਾਖਸਾਤ ਸਾਹਮਣੇ, ਪਿੱਛੇ ਬਹੁਤ ਕਹਾਣੀਆਂ ਬਣ ਗਈਆਂ, ਸਾਖੀਆਂ ਬਣੀਆਂ ਹੋਈਆਂ ਨੇ। ਨਹੀਂ, ਉਹੀ ਤਾਂ ਗਲਤੀ ਕਰ ਰਹੇ ਹਾਂ। ਜਦੋਂ ਸਰੀਰ ਹੀ ਨਹੀਂ ਤਾਂ ਅੱਖਾਂ ਨਾਲ ਦਰਸ਼ਨ ਕਿਵੇਂ ਹੋਊ? ਅੱਖਾਂ ਨਾਲ ਉਹਦੀ ਕੁਦਰਤ ਦਾ, ਮਾਇਆ ਦਾ ਬਣਾਈ ਹੋਈ ਖੇਲ ਦਾ ਦਰਸ਼ਨ ਹੋ ਸਕਦਾ ਹੈ। ਉਹ ਵੀ ਜੇ ਉਹਦੀ ਕਿਰਪਾ ਹੋਊ। ਉਹ ਕੀ ਹੈ? ਰਿੱਧ ਪਹਿਲਾ ਗਿਆਨ ਮਾਇਆ ਦਾ, ਦੂਜੀ ਸਿੱਧ ਨਾਮ ਪ੍ਰਭ ਕੇ ਸਿਮਰਨ। ਰਿੱਧ ਸਿੱਧ ਨੌ ਨਿੱਧ। ਰਿੱਧ ਤੋਂ ਭਾਵ ਮਾਇਆ ਦਾ ਗਿਆਨ, ਮਾਇਆ ਦੇ ਗਿਆਨ ਤੋਂ ਬਾਅਦ ਮਾਇਆ ਦੇ ਪਤੀ ਦਾ ਗਿਆਨ ਸਿੱਧ। ਨੌ ਨਿੱਧ ਅੰਮ੍ਰਿਤ ਪ੍ਰਭ ਕਾ ਨਾਮ। ਉਹ ਸਾਡੇ ਅੰਦਰ ਫਿਰ ਅਸੀਂ ਉਹ ਖਜ਼ਾਨੇ ਨਾਮ ਨਾਲ ਜੁੜਦੇ ਹਾਂ, ਹੁਕਮ ਨਾਲ, ਜਿੱਥੋਂ ਸਾਰੀ ਸ੍ਰਿਸ਼ਟੀ ਦੀ ਪਾਲਣਾ ਹੁੰਦੀ ਹੈ। ਉਹ ਸਾਡੀ ਮਨਬੁੱਧੀ ਦੀ ਪਕੜ ਤੋਂ ਪਰੇ ਆ। ਫਿਰ ਵੀ ਅਸੀਂ ਜਦੋਂ ਜਹਿਦ 'ਚ ਲੱਗੇ ਰਹਿੰਦੇ, ਪਿੱਛੇ ਆਪਾਂ ਵਿਚਾਰਿਆ ਅਨੇਕਾਂ ਭਗਤੀਆਂ ਨੇ ਜਨਮ ਲਿਆ ਸਰੀਰ ਕਰਕੇ। ਉਹ 'ਚੋਂ ਕੀ ਮਿਲਿਆ? ਹੰਕਾਰ। ਅਗੰਮ ਅਗੰਮ ਅਸੰਖ ਲੋ। ਇੰਨੀਆਂ ਜੋਤਾਂ ਨੇ ਸੰਸਾਰ ਦੇ ਵਿੱਚ, ਅਸੰਖ ਅਣਗਿਣਤ। ਲੋ ਤੋਂ ਭਾਵ ਜੋਤ, ਆਤਮਾ
ਕੋਈ ਗਿਣ ਸਕਦਾ ਹੈ। ਫਿਰ ਵੀ ਅਸੀਂ ਗਿਣਤੀ 'ਚ ਲੱਗੇ ਰਹੇ। ਪੱਤਿਆਂ ਦਾ ਭਾਰ ਗਿਣ ਲਿਆ, ਧਰਤੀ ਦੇ ਖੰਡ ਗਿਣ ਲਏ। ਨਹੀਂ, ਐਸੀ ਕੋਈ ਗੱਲ ਨਹੀਂ। ਗਿਣਤੀ ਗਿਣਤ ਨਾ ਸੋਟੀ। ਜਿਹੜੇ ਇੱਧਰ ਨੂੰ ਜਾਣਗੇ ਉਹਨਾਂ ਨੂੰ ਕੁਝ ਪ੍ਰਾਪਤੀ ਨਹੀਂ ਹੋਣੀ। ਪ੍ਰਾਪਤੀ ਹੋਊ ਗੁਰ ਕੇ ਚਰਨ ਬਾਣੀ ਨਾਲ ਜੁੜ ਕੇ, ਇਹਨੂੰ ਸਮਝ ਕੇ। ਉਹੀ ਤਾਂ ਜਪ ਹੈ ਆਪਣਾ। ਅਗੰਮ ਅਗੰਮ ਅਸੰਖ ਲੋ, ਉਹ ਸਾਡੀ ਮਨ ਬੁੱਧੀ ਦੀ ਪਕੜ ਤੋਂ ਪਰੇ, ਅਸੀਂ ਮਹਿਸੂਸ ਵੀ ਨਹੀਂ ਕਰ ਸਕਦੇ। ਲੋ ਤੋਂ ਭਾਵ ਜੋਤਾਂ, ਚਾਨਣ ਕਿੰਨੀਆਂ ਕੁ ਨੇ, ਇਹਨੂੰ ਵੀ ਨਹੀਂ ਕੋਈ ਗਿਣ ਸਕਦਾ। ਫਿਰ ਵੀ ਗਿਣਤੀ ਕੀਤੀ 33 ਕਰੋੜ ਦੇਵਤੇ। ਉੱਥੇ ਆਪਾਂ ਸਰੀਰ ਕਰਕੇ ਜਾ ਹੀ ਨਹੀਂ ਸਕਦੇ, ਕਿਵੇਂ ਗਿਣਤੀ ਹੋਊਗੀ? ਬਹੁਤ ਝੂਠ ਬੋਲਿਆ ਗਿਆ। ਦੇਵਲੋਕ ਜੋਤੀ ਹੈ, ਲੋਹ ਹੈ, ਸਰੀਰ ਨਹੀਂ ਹੈ। ਸਰੀਰ ਮਾਇਆ ਦੇ ਵਿੱਚ ਹੈ। ਸਰੀਰ ਦਾ ਤਿਆਗ ਕਰਕੇ ਤਾਂ ਆਪਾਂ ਉੱਥੇ ਪਹੁੰਚਣਾ ਵਾ, ਪਰ ਇੱਥੇ ਬੈਠੇ ਆਪਾਂ ਝੂਠ ਬੋਲੀ ਜਾਈਏ, ਉਹ ਸਾਡਾ ਸੁਭਾਅ ਆ। ਅਗੰਮ ਅਗੰਮ ਅਸੰਖ ਲੋ, ਅਸੰਖ ਕਹਿ ਸਿਰ ਪਾਰ ਹੋਏ। ਸਤਿਗੁਰ ਸਮਝਾਉਂਦੇ ਹੈ, ਸਾਡੇ ਕੋਲ ਕੋਈ ਐਸਾ ਸ਼ਬਦ ਨਹੀਂ ਜਿਹਦੇ ਨਾਲ ਅਸੀਂ ਉਹਦੀ ਸਾਰੀ ਕਾਇਨਾਤ ਨੂੰ ਬਿਆਨ ਕਰੀਏ। ਅਸੰਖ ਕਹਿ ਕੇ ਵੀ ਸਿਰ 'ਤੇ ਭਾਰ ਵਾਲੀ ਗੱਲ ਹੈ। ਸਮਝ ਨਹੀਂ ਆਉਂਦਾ ਕਿਹੜੀ ਵਿਧੀ ਨਾਲ ਉਹਨੂੰ ਬਿਆਨ ਕਰੀਏ। ਜਿਵੇਂ ਆਪਾਂ ਕੋਈ ਵਿਚਾਰ ਕਰਦੇ ਹਾਂ, ਆਪਾਂ ਨੂੰ ਨਾ ਸਮਝ ਆਵੇ, ਬੁੱਧੀ ਥੱਕ ਜਾਂਦੀ ਹੈ, ਭਾਰ ਮਹਿਸੂਸ ਕਰਦੇ ਹਾਂ। ਇਵੇਂ ਸਤਿਗੁਰ ਸਮਝਾਉਂਦੇ ਨੇ, ਸੰਖ ਕਹਿ ਸਿਰ ਪਾਰ ਹੋਏ। ਅੱਖਰੀ ਨਾਮ ਅੱਖਰੀ ਸਲਾਹ। ਅੱਖਰਾਂ ਦੇ ਰੂਪ ਵਿੱਚ ਆਪਾਂ ਨੂੰ ਗੁਰਬਾਣੀ, ਸਤਿਗੁਰੂ ਭਗਤ ਸਾਹਿਬਾਨਾਂ ਨੇ ਪ੍ਰਗਟ ਰੂਪ ਅੱਜ ਗ੍ਰੰਥ ਸਾਹਿਬ। ਅੱਖਰਾਂ ਨਾਲ ਕਿਹਦਾ ਵਾਹ ਪੈਂਦਾ? ਅੱਖਾਂ ਦਾ। ਅੱਖਾਂ ਕਿਹਦਾ ਦਰਸ਼ਨ ਕਰਦੀਆਂ? ਅੱਖਰਾਂ ਦਾ। ਸੁਣਨਾ ਕੀ ਨਹੀਂ ਹੁੰਦਾ? ਸੁਰਤ ਨੇ। ਮਿਲਾਪ ਕਿਹਦੇ ਨਾਲ ਹੋਣਾ? ਸ਼ਬਦ ਸੁਰਤ ਦਾ। ਸੁਰਤ ਸ਼ਬਦ ਭਵ ਸਾਗਰ ਤਰੀਏ। ਇਹ ਭਵ ਸਾਗਰ 'ਚੋਂ ਪਾਰ ਨਿਕਲਣਾ ਵਾ ਤਾਂ ਗੁਰ ਕੀ ਚਰਨ ਬਾਣੀ ਗਿਆਨ ਲੈ ਕੇ ਹੀ ਆਪਣੀ ਸੁਰਤ ਜਿਹੜੀ ਹੈਗੀ ਸ਼ਬਦ ਨਾਲ ਜੁੜ ਸਕਦੀ ਹੈ। ਉਹੀ ਤਾਂ ਇਹ ਵਿਧੀ ਹੈ ਭਾਈ। ਪਰ ਅਸੀਂ ਧਿਆਨ ਲਾਉਂਦੇ ਹਾਂ। ਕਿਸੇ ਨੂੰ ਧਿਆਨ ਲਾਵਾਂਗੇ ਜੇ ਸਾਨੂੰ ਗਿਆਨ ਹੀ ਨਹੀਂ? ਜਿਹੜੀ ਚੀਜ਼ ਦਾ ਸਾਨੂੰ ਗਿਆਨ ਨਹੀਂ ਹੁੰਦਾ ਉਹਦਾ ਧਿਆਨ ਨਹੀਂ ਲੱਗਦਾ। ਬਾਣੀ ਜਿਹਦੇ ਨਾਲ ਧਿਆਨ ਲਿਆਉਣਾ ਆਪਾਂ ਨੂੰ ਗਿਆਨ ਕਰਾਉਂਦੀ ਹੈ। ਅੱਖਰੀ ਨਾਮ ਅੱਖਰੀ ਸਲਾਹ, ਇਹ 'ਚੋਂ ਫਿਰ ਨਾਮ ਗਿਆਨ ਪੈਦਾ ਹੁੰਦਾ ਹੈ। ਫਿਰ ਉਹਦੀ ਸਿਫਤ ਸਲਾਹ ਕੀਤੀ ਜਾਂਦੀ ਹੈ ਜੋ ਗੁਰੂ ਭਗਤ ਸਾਹਿਬਾਨਾਂ ਨੇ ਕੀਤੀ ਹੈ। ਅੱਖਰੀ ਗਿਆਨ ਗੀਤ ਗੁਣ ਗਾ। ਗਿਆਨ ਤੋਂ ਬਾਅਦ ਉਹਦੇ ਗੀਤ ਜਸ ਬਾਣੀ ਭਗਤ ਗੁਰੂ ਸਾਹਿਬਾਨਾਂ ਨੇ ਗਾਇਆ। ਉਹਦੇ ਗੁਣਾਂ ਦੀ ਵਿਚਾਰ ਆਪਾਂ ਵੀ ਇਹ ਪ੍ਰਾਪਤੀ ਕਰਨੀ ਹੈ। ਭਗਤ ਕਬੀਰ ਜੀ ਨੇ ਸਮਝਾਇਆ, ਜਦੋਂ ਪ੍ਰਾਪਤੀ ਹੋਈ ਭਗਤ ਕਬੀਰ ਜੀ ਨੂੰ, ਉਹਨਾਂ ਦੇ ਮਨ ਦੇ ਵਿੱਚ ਵੀ ਚਾਅ ਹੈ ਸੰਸਾਰ ਨੂੰ ਸਮਝਾਵਾਂ। ਕਬੀਰ ਅੱਲਾ ਲਹੋ ਤਾਂ ਕਿਆ ਕਹੋ। ਹੇ ਕਬੀਰ, ਆਪਾਂ ਨੂੰ ਤਾਂ ਪ੍ਰਾਪਤੀ ਹੋ ਗਈ, ਸੰਸਾਰ ਨੂੰ ਕਿਵੇਂ ਸਮਝਾਏਗਾ? ਇਹ ਧੰਨ ਹੈ। ਇਹ ਅੱਖਾਂ ਦਾ ਦਰਸ਼ਨ ਹੀ ਨਹੀਂ ਹੁੰਦਾ ਕੁਦਰਤ ਦਾ, ਫਿਰ ਕਿਵੇਂ ਸਮਝਾਏਗਾ? ਅੱਗੇ ਕੀ ਜਵਾਬ ਆਉਂਦਾ ਹੈ? ਕਬੀਰ ਅੱਲਾ ਲਹੋ ਤਾਂ ਕਿਆ ਕਹੋ, ਕਹੋ ਤੋ ਉਪਕਾਰ। ਉਪਕਾਰ ਸਮਝਾਓ ਭਾਈ ਕੁਦਰਤ ਦੇ। ਉਹੀ ਤਾਂ ਬਾਣੀ ਸਮਝਾ ਰਹੀ ਹੈ ਭਾਈ। ਕਿਵੇਂ ਪਾਲਦਾ ਹੈ, ਕਿਵੇਂ ਸਾਹ ਦਿੰਦਾ ਹੈ, ਕੀ ਕੁਛ ਪੈਦਾ ਕੀਤਾ ਉਹਨੇ, ਸਾਰਿਆਂ ਦਾ ਖਿਆਲ ਰੱਖਦਾ ਹੈ। ਫਿਰ ਤਾਂ ਤੁਹਾਡੀ ਗੱਲ ਕੋਈ ਮੰਨੂਗਾ। ਤੁਸੀਂ ਡਾਇਰੈਕਟ ਕੁਦਰਤ ਬਾਰੇ ਸਮਝਾਓਗੇ, ਪਹਿਲਾਂ ਤਾਂ ਆਪ ਸਮਝੋਗੇ, ਫਿਰ ਹੀ ਸਮਝਾ ਸਕਦੇ ਹੋ। ਆਪ ਜਪੇ ਔਰੇ ਨਾਮ ਪਾਵੇ। ਪਰ ਫਿਰ ਵੀ ਅਸੀਂ ਜਦੋਂ ਜਹਿ 'ਚ ਲੱਗੇ ਰਹਿੰਦੇ, ਇਹਦੇ ਵਿੱਚ ਵਾਦ ਵਿਵਾਦ ਬਣਿਆ ਹੀ ਰਹਿੰਦਾ ਵਾ। ਅੱਖਰੀ ਲਿਖਣ ਬੋਲਣ ਬਾਣ। ਬੋਲਣ ਕਰਕੇ ਫਿਰ ਇਹਦਾ ਰੂਪ ਬਾਣੀ ਹੋ ਜਾਂਦਾ ਹੈ। ਅੱਖਰਾਂ ਸਿਰ ਸੰਜੋਗ ਬਖਾਣ। ਪਿੱਛੇ ਵੀ ਆਪਾਂ ਵਿਚਾਰਦੇ ਹੀ ਆਉਂਦੇ ਹਾਂ। ਜੋ ਇਹਨੂੰ ਵਿਚਾਰ ਰਿਹਾ ਵਾ, ਕੋਈ ਵੀ ਹੋ ਸਕਦਾ। ਚੌਂ ਵਰਨਾ ਕੋ ਉਪਦੇਸ਼ ਸਾਂਝਾ, ਸਰਬ ਸਾਂਝੀ ਗੁਰਬਾਣੀ। ਸੁਣ ਵਡ ਭਾਗੀਆ ਹਰ ਅੰਮ੍ਰਿਤ ਬਾਣੀ ਰਾਹ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤੀ ਮੇਰੀ। ਜਿਹੜੇ ਇਹਨੂੰ ਸੁਣਨਗੇ ਉਹਨਾਂ ਦੀ ਪਰਮ ਗਤੀ ਹੋ ਜੂ, ਸੰਸਾਰ 'ਚੋਂ ਉਹਨਾਂ ਦਾ ਛੁਟਕਾਰਾ ਹੋ। ਇਹ ਸੁਣਨ ਦੀ ਵਿਧੀ ਹੈ ਭਾਈ। ਅੱਖਰਾਂ ਸਿਰ ਸੰਜੋਗ ਬਖਾਣ। ਸੰਜੋਗ ਹੋ ਰਿਹਾ ਉਹਦਾ, ਉਹ ਜੁੜ ਰਹੇ ਨੇ। ਜਿਹਨਾਂ ਨੂੰ ਪਤਾ ਹੀ ਨਹੀਂ, ਜਿਹਨਾਂ ਦਾ ਵਿਜੋਗ ਜਿਹਦਾ ਪਤਾ ਹੀ ਨਹੀਂ ਸਾਨੂੰ ਵੀ ਅਸੀਂ ਤੋਂ ਵਿਛੜੇ ਹੋਏ ਹਾਂ। ਹਰ ਵਿਸਰ ਸਦਾ ਖੁਆਰੀ, ਹਰ ਵਿਸਰ ਤੇਰੇ ਗੁਣ ਗਲਿਆ। ਸੰਜੋਗ ਕਿਵੇਂ ਹੋਊਗਾ? ਉਹੀ ਤਾਂ ਬਾਣੀ ਆਪਾਂ ਨੂੰ ਗਿਆਨ ਕਰਾਉਂਦੀ ਹੈ ਭਾਈ। ਫਿਰ ਸਾਡੇ ਅੰਦਰ ਪੀੜਾ ਪੈਦਾ ਹੁੰਦੀ ਹੈ ਵਿਛੋੜੇ ਦੀ, ਜਦੋਂ ਸਾਨੂੰ ਗਿਆਨ ਹੁੰਦਾ ਹੈ। ਫਿਰ ਉਸ ਤੋਂ ਬਾਅਦ ਸੰਜੋਗ ਹੁੰਦਾ ਵਾ। ਜਿਹੜੀ ਚੀਜ਼ ਦਾ ਸਾਨੂੰ ਪਤਾ ਹੀ ਨਹੀਂ, ਜਿਹੜੀ ਚੀਜ਼ ਅੱਖਾਂ ਨਾਲ ਦੀਂਦੀ ਨਹੀਂ, ਉਹਦਾ ਕਿਵੇਂ ਦਰਸ਼ਨ ਕਰਾਂਗੇ, ਕਿਵੇਂ ਮਿਲਾਪ ਕਰਾਂਗੇ, ਕਿਵੇਂ ਉਹਦੀ ਇੱਛਾ ਪੈਦਾ ਹੋਊਗੀ? ਪਰ ਫਿਰ ਵੀ ਅਸੀਂ ਲੱਗੇ ਰਹਿੰਦੇ ਜਦੋਂ ਜਹਿਦ 'ਚ। ਅੱਖਰਾਂ ਸਿਰ ਸੰਜੋਗ ਬਖਾਣ। ਜਿਹਨੇ ਲਿਖੇ ਤਿਸ ਸਰਨਾਏ, ਜਿਮ ਫਰਵਾਏ ਤਿਵ ਤਿਵ ਪਾਏ। ਇਹ ਬਾਣੀ ਇੱਕ ਹੋ ਕੇ ਸਮਝੀ ਜਾਂਦੀ ਹੈ, ਇੱਕ ਹੋ ਕੇ ਲਿਖੀ ਜਾਂਦੀ ਹੈ। ਗੁਰੂ ਭਗਤ ਸਾਹਿਬਾਨ ਹੁਕਮ ਰੂਪ ਸੀ, ਹੁਕਮ ਦੀ ਵਿਆਖਿਆ ਬਾਣੀ। ਕੋ ਨਾਨਕ ਕਰਤੇ ਕੀਆਂ ਬਾਤਾਂ। ਫਿਰ ਵੀ ਸੰਸਾਰ ਨਾਲ ਜੋੜ ਲੈਂਦੇ ਹਾਂ, ਸੰਸਾਰੀ ਜੀਵ ਹਾਂ। ਇੱਕ ਦੀ ਬਾਣੀ ਹੈ ਭਾਈ, ਇੱਕ ਦਾ ਗਿਆਨ ਕਰਾਉਂਦੀ ਹੈ ਬਾਣੀ ਆਪਾਂ ਨੂੰ। ਸਤਿਗੁਰ ਸਮਝਾਉਂਦੇ ਹੈ,
ਕੁਦਰਤ ਨੇ ਜੋ ਹੁਕਮ ਕੀਤਾ ਉਹ ਅਸੀਂ ਇਹਦੇ ਵਿੱਚ ਪਾਤਾ। ਤੁਹਾਨੂੰ ਅੱਖਰੀ ਰੂਪ ਦੇਤਾ, ਹੁਣ ਤੁਹਾਡਾ ਇਹਦੇ ਨਾਲ ਸੰਯੋਗ ਹੈ, ਮਿਲਾਪ ਹੈ, ਇਹਨੂੰ ਸਮਝ ਲਿਓ, ਵਿਚਾਰ ਲਿਓ। ਤੁਹਾਨੂੰ ਪ੍ਰਾਪਤੀ ਨਾ ਹੋਵੇ ਕਦੇ ਵੀ ਨਹੀਂ ਹੋ ਸਕਦਾ। ਜਿਨੇ ਲਿਖੇ ਤੇ ਸਰਨਾਏ, ਜਿਮ ਪਰਵਾਏ ਤਿਵ ਤਿਵ ਪਾਏ। ਜੇਤਾ ਕੀਤਾ ਤੇਤਾ ਨਾਓ, ਬਿਨ ਨਾਵੇਂ ਨਾਹੀ ਕੋ ਥਾਓ। ਸਾਡੇ ਅੰਦਰ ਕੋਈ ਵੀ ਜਗ੍ਹਾ ਨਹੀਂ, ਕਿਸੇ ਦੇ ਅੰਦਰ ਵੀ ਜਗ੍ਹਾ ਨਹੀਂ ਰਹਿੰਦੀ ਇੱਛਾ ਦੀ, ਜਦ ਇਹ ਬਾਣੀ ਪ੍ਰਗਟ ਹੁੰਦੀ ਹੈ, ਸਮਝ ਆਉਂਦੀ ਹੈ, ਜਦੋਂ ਅਸੀਂ ਇੱਕ ਹੋ ਜਾਂਦੇ ਹਾਂ। ਜੇਤਾ ਕੀਤਾ ਤੇਤਾ ਨਾਓ, ਸਾਰੀ ਬਾਣੀ ਨਾਮ ਰੂਪ ਹੈ। ਇਹਨੂੰ ਸਮਝਣਾ ਵਾ, ਇਹ ਵਿਚਾਰਧਾਰਾ ਨਾਲ ਜੁੜਨਾ ਹੈ। ਇਹ 4 ਬਾਣੀਆਂ, 4 ਖਾਣੀਆਂ, 4 ਲਾਵਾਂ, 4 ਦਰਸ਼ਨ, 4 ਪਦਾਰਥ, ਇਹਨੂੰ ਸਮਝਣਾ ਵਾ ਆਪਾਂ। ਇੱਕ ਇੱਕ ਕਰਕੇ ਆਪਾਂ ਨੂੰ ਇਹ ਪ੍ਰਾਪਤ ਹੋਣੇ ਨੇ। ਅਵਸਥਾ ਦੇ ਨਾਂ ਨੇ 4 ਪਦਾਰਥ, ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ। ਸਾਧ ਜਨਾਂ ਦੀ ਬਾਣੀ ਹੈ ਭਾਈ, ਇਹਦੇ ਨਾਲ ਆਪਾਂ ਜੁੜਨਾ ਵਾ, ਫਿਰ ਇਹ ਆਪਾਂ ਨੂੰ ਪ੍ਰਾਪਤੀ ਹੋਣੀ ਹੈ। ਵੇ ਨਾਵੇਂ ਨਾਹੀ ਕੋ ਥਾਓ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਤੇਰੇ ਹੁਕਮ ਨੂੰ ਮੈਂ ਕਿਵੇਂ ਸਾਰਿਆਂ ਨੂੰ ਸਮਝਾਵਾਂ ਵਿਚਾਰ ਕੇ। ਫਿਰ ਵੀ ਗੁਰੂ ਪਾਕ ਸਾਹਿਬਾਨਾਂ ਨੇ ਆਪਾਂ ਨੂੰ ਇਹ ਰਾਹ ਸਮਝਾਇਆ, ਆਪਾਂ ਇੱਥੇ ਚੱਲਣਾ ਵਾ। ਵਾਰਿਆ ਨਾ ਜਾਵਾਂ ਇੱਕ ਵਾਰ, ਹਿਦਾਇਤਾਂ ਮੈਂ ਤੇਤੋਂ ਕੁਰਬਾਨ ਜਾਨਾ। ਕੁਰਬਾਨ ਕੀ ਹੁੰਦਾ ਹੈ? ਇੱਛਾ ਦਾ ਤਿਆਗ ਕਰ ਦੇਣਾ, ਇੱਛਾ ਦੀ ਕੁਰਬਾਨੀ ਦੇ ਦੇਣੀ। ਨਾਨਕ ਦਾਸ ਸਦਾ ਕੁਰਬਾਨੀ। ਅਸੀਂ ਸਰੀਰ ਦੀ ਦੇਈ ਗਏ, ਕਿਰਾਏ ਪੈ ਗਏ। ਇੱਛਾ ਦੀ ਭਾਵ ਮਨ ਦੀ ਕੁਰਬਾਨੀ ਦੇਣੀ ਹੈ, ਫਿਰ ਸਾਨੂੰ ਇਹ ਪ੍ਰਾਪਤੀ ਹੋਣੀ ਹੈ। ਮਾਇਆ ਦਾ ਤਿਆਗ। ਮਨ ਕੀ ਹੈ? ਇੱਛਾ ਰੂਪ ਹੈ। ਫਿਰ ਬੁੱਧੀ ਆਪਦੇ ਘਰ ਨੂੰ ਜਾਂਦੀ ਹੈ ਜਦੋਂ ਮਨ ਚੁੱਪ ਕਰ ਜਾਂਦਾ। ਮਨ ਜੀਤੇ ਜਗ ਜੀਤ। ਜਿਹਨੇ ਮਨ ਨੂੰ ਜਿੱਤ ਲਿਆ ਉਹਦਾ ਸੰਸਾਰ ਝਗੜਾ ਖਤਮ ਹੋ ਗਿਆ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਜੋ ਤਦ ਭਾਏ ਸਾਈ ਭਲੀ ਕਰ ਹੋ ਦਾਤਾ। ਜੋ ਤੈਨੂੰ ਚੰਗਾ ਲੱਗਦਾ ਸਾਨੂੰ ਤਾਂ ਉਹੀ ਚੰਗਾ ਲੱਗਦਾ। ਹੁੰਦਾ ਤਾਂ ਉਹੀ ਹੈ ਜੋ ਕੁਦਰਤ ਚਾਹੁੰਦੀ ਹੈ, ਪਰ ਅਸੀਂ ਵਿਰੋਧ ਜ਼ਰੂਰ ਕਰਦੇ ਹਾਂ। ਵਿਰੋਧ ਸਾਨੂੰ ਕੀ ਹੈ? ਘਾਟਾ ਪੈਂਦਾ ਹੈ। ਜੇ ਅਸੀਂ ਭਾਣੇ 'ਚ ਆ ਜਾਂਦੇ ਸਾਨੂੰ ਫਾਇਦਾ ਵਾ। ਜਿਵੇਂ ਟ੍ਰੇਨ 'ਚ ਬਹਿ ਜਾਈਏ, ਸਫ਼ਰ ਸ਼ੁਰੂ ਹੋ ਗਿਆ। ਜੇ ਟ੍ਰੇਨ ਦੇ ਅੱਗੇ ਖੜਾਂਗੇ ਤਾਂ ਮੌਤ ਹੈ। ਜੋ ਤੁਧ ਭਾਵੇ ਸਾਈ ਭਲੀ ਕਾਰ। ਉਹੀ ਕਾਰ ਭਲੀ ਹੈ ਜੋ ਤੂੰ ਕਰਾਵੇ, ਉਹੀ ਕੰਮ ਚੰਗਾ ਜਿਹੜਾ ਤੂੰ ਕਰਾਵੇਂ। ਤੂੰ ਸਦਾ ਸਲਾਮਤ ਨਿਰੰਕਾਰ। ਇਹ ਨਿਰੰਕਾਰ ਸ਼ਕਤੀ, ਤੂੰ ਸਦਾ ਰਹਿਣ ਵਾਲਾ ਸੱਚ। ਆਪਾਂ ਵੀ ਇਹ ਪ੍ਰਾਪਤੀ ਕਰਨੀ। ਆਓ ਸਾਰੇ ਮਿਲ ਕੇ ਇਹਨੂੰ ਸਮਝੀਏ, ਵਿਚਾਰੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।